ਇਦਾਂ ਹੁੰਦਾ ਸੀ ਕਿ ਜਿੰਦਾ ਜ਼ਿੰਦਗੀ 'ਚ ਮਕਾਮ ਬਹੁਤ ਵੱਡਾ ਸੀ, ਮੇਰੀ ਜ਼ਿੰਦਗੀ 'ਚ ਖਾਸ ਕਰ। ਤੇ ਉਦੋਂ ਇਹ ਚੀਜ਼ਾਂ ਯਾਦ ਹੁੰਦੀਆਂ ਨੇ ਜਦੋਂ ਇਨਸਾਨ ਥੋੜਾ ਪਰੇਸ਼ਾਨ ਹੋਵੇ, ਦੁਖੀ ਹੋਵੇ, ਜਦੋਂ ਇਨਸਾਨ ਜ਼ਿੰਦਗੀ 'ਚ ਨਾ ਹੋਵੇ ਤੇ ਉਦੋਂ ਫਿਰ बहुत याद होता है। अस्सलाम वालेकुम। तो जी कैसे हैं आप सब? उम्मीद है कि आप सब खैर खैरियत से होंगे, सेहत तबीयत बिल्कुल फिट फाट होगी और भाई को बहुत ज़्यादा दुआ में याद कर रहे होंगे। कल व्लॉग नहीं आया, मिस तो कर रहे होंगे, ठीक है। तो मैं बिल्कुल खैर खैरियत से हूँ अल्हम्दुलिल्लाह अल्हम्दुलिल्लाह। और आज जुम्मा है तो जुम्मा अपना लंघ गया सुते सुते। मैं सुता रहा, बेबे ने एक दो बारी उठाया लेकिन यह पता नहीं चलिया। मैं कहा हुण उठदा 5 मिनट बाद ਤੇ ਜਿਸ ਟਾਈਮ ਮੇਰੀ ਅੱਖ ਖੁੱਲੀ ਤੇ 3:30 ਹੋ ਚੁੱਕੇ ਸੀ। 5 ਮਿੰਟ ਗੁਜ਼ਰਦਿਆਂ ਤੇ ਮਾਂ ਜੀ ਅੱਜ ਜਿਹੜਾ ਨਾ ਬਿਮਾਰ ਨੇ, ਸਵੇਰ ਦੇ ਫਰੈਸ਼ ਕੋਈ ਨਹੀਂ। ਮਾਂ ਜੀ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ, ਬਲੱਡ ਪ੍ਰੈਸ਼ਰ ਹੀ ਅੱਜ ਬਹੁਤ ਤੇਜ਼ ਹੋਇਆ ਪਿਆ, 160 ਤੇ 110 ਹੋਇਆ ਪਿਆ। ਤੇ ਇੱਕ ਤੇ ਮਾਸ਼ਾਅੱਲਾ ਅੱਗੇ ਆਪ ਬਲੈਲਰ ਵਰਗੇ ਸੀ ਹੈ, ਤੇ ਉੱਤੋਂ ਜਿਹੜਾ ਨਾ ਵੱਛਾ ਖਾ ਕੇ ਗਾਂ ਵਰਗੀ ਮੇਰੀ ਬੇਬੇ ਸੀ, ਤੇ ਵੱਛਾ ਖਾ ਕੇ ਪੈਰ ਵੇਖੂਗਾ ਕਿਵੇਂ ਸੁੱਜੇ ਪਏ। ਇਹ ਚੈੱਕ ਕਰੋ। ਹਾਂਜੀ ਹੁਣ ਤਬੀਅਤ ਵਾਲੇ ਬਿਮਾਰ ਹੋ ਕੇ ਬੰਦਾ ਹੱਸਦਾ ਵੇ, ਬਿਮਾਰ ਹੋ ਕੇ ਹੱਸਦਾ ਹੈ। ਤੇ ਫਿਰ ਕਹਿੰਦੀ ਬੇਬੇ ਕਿ ਲੋਕੀ ਮੈਨੂੰ ਕਹਿੰਦੇ ਮਿਕਰੀਆਂ ਕਰਦੀ ਆ, ਗੱਲਾਂ ਕਰਦੇ ਆ ਨਾ ਗੁੱਸੇ 'ਚ ਹੋਏ ਨਾ ਨੈਣਾ ਨਾਲ ਅੱਖਾਂ ਇਸ਼ਾਰੇ ਕਰਕੇ। ਦੱਸਾਂ ਵੀ ਐਡੇ ਸ਼ੌਕ ਨਾਲ ਚਾਵਲ ਬਣਾਏ ਸੀ, ਬੜਾ ਦਿਲ ਸੀ, ਲੇਕਿਨ ਖਾਦੇ ਵੀ ਨਹੀਂ। ਮੈਨੂੰ ਪਹਿਲਾਂ ਮਹਿਸੂਸ ਹੋਣ ਡਿਆ ਸੀ ਮੇਰੀ ਤਬੀਅਤ ਸੈੱਟ ਨਹੀਂ ਹੈਗੀ ਦੁਪਹਿਰ ਦਾ ਹੀ, ਪਰ ਬਣਾਏ ਪਰ ਖਾਦੇ ਵੀ ਨਹੀਂ। ਫਿਰ ਵੀ ਤਬੀਅਤ ਇੰਨੀ ਅਪਸੈਟ ਹੋ ਗਈ ਨਾ, ਤਬੀਅਤ ਇੰਨੀ ਖਰਾਬ। ਸੁਬਾਹ ਦਾਣਾ ਟਾਈਮ ਨਮਾਜ਼ ਪੜ੍ਹੀ, ਬਲੱਡ ਚੈੱਕ ਕੀਤਾ ਤੇ ਬਲੱਡ ਦਾ ਸਿਰ ਤੋਂ ਵੀ ਪਾਰ ਹੋਇਆ ਪਿਆ। ਬਲੱਡ ਸਿਰ ਤੋਂ ਪਾਰ ਹੋਇਆ ਬਾਬਾ ਜੀ, ਬਲੱਡ ਬਹੁਤ ਹੈਵੀ ਉਤਲੇ ਦਰਜੇ ਤੇ ਲੰਘ ਗਿਆ ਸੀ, ਠੀਕ ਹੈ। ਤੇ ਤੁਸੀਂ ਘੱਟ ਖਾਇਆ ਕਰੋ ਨਾ, ਉਹ ਨਹੀਂ ਖਾਦਾ ਇੰਜ ਇਹ ਕਹਿਣ ਦੀਆਂ ਗੱਲਾਂ ਇਹਨਾਂ ਕਰਦੇ ਸਾਰਾ ਦਿਨ ਤੇ ਜਦੋਂ ਚਿੜੀ ਵਾਂਗ ਡੋਂਗਦੇ ਰਹਿਣਾ। ਕਿਹੜਾ ਖਾਦਾ ਸੀ, ਕਦੋਂ ਖਾਦਾ ਚਾਵਲ? ਤੂੰ ਮੈਨੂੰ ਕਹ ਖਾਰਾ ਮਿਲ ਕੇ ਮੈਂ ਨਹੀਂ ਖਾਣੇ, ਮੈਂ ਕੋ ਖਾਇਆ ਤੇ ਨਾ ਖਾਣ ਦੀ ਵਜ੍ਹਾ ਤੇ ਵੀ ਆਉਂਦਾ ਕਿ ਇਹ ਤਾਂ ਚਾਵਲ ਨਾਰਾਜ਼ ਹੋ ਗਏ ਤੁਹਾਡੇ ਨਾਲ। ਅੱਛਾ ਮੈਨੂੰ ਇਹ ਦੱਸੋ ਕਿ ਕੋਈ ਚੀਜ਼ ਲਿਆਉਣੀ ਜੇ ਮੈਂ ਚੱਲਾਂ ਇੱਕ ਬਾਜ਼ਾਰ ਨੂੰ, ਠੀਕ ਹੈ। ਬਸ ਐਵੇਂ ਮੈਂ ਬਾਹਰ ਨਹੀਂ ਨਿਕਲਿਆ, ਮੇਰਾ ਦਿਲ ਕਰਦਾ ਮੈਂ ਤਾਜ਼ਾ ਹਵਾ ਲਵਾਂ, ਫਰੈਸ਼ ਏਅਰ ਲੈਣ ਨੂੰ ਮੇਰਾ ਦਿਲ ਕਰ ਰਿਹਾ। ਹੋਰ ਮੈਂ ਖੈਰ ਨਾ ਹੋਰ ਮੈਂ ਕਿਹੜਾ ਬਿਨਾਂ ਖੈਰੀ ਤੋਂ ਜਾਣਾ, ਇੱਥੇ ਹੀ ਚੱਕਰ ਆ ਗਿਆ ਜਾਣਾ ਇੱਥੇ। ਬਸ ਐਵੇਂ ਦਿਲ ਕਰ ਰਿਹਾ ਮੈਂ ਬਾਹਰੋਂ ਘੁੰਮ ਫਿਰ ਕੇ ਆਵਾਂ ਥੋੜਾ ਜਿਹਾ। ਇੰਨੀ ਦੇਰ ਲਾ ਰਹੀਆਂ, ਕੋਈ ਪਤਾ ਨਹੀਂ ਹੈ। ਲੈ ਕੋਈ ਨਹੀਂ ਪਤਾ ਤੇ ਇਹ ਹੀ ਗੱਲ ਹੋਈ, ਕੋਈ ਪਤਾ ਨਹੀਂ ਹੈਗਾ। ਲੈ ਹੁਣ ਜਾਣ ਦਾ ਟਾਈਮ ਹੁੰਦਾ, ਆਉਣ ਦਾ ਟਾਈਮ ਥੋੜੀ ਕਿਤੇ ਲਿਖਿਆ ਹੁੰਦਾ। ਹੁਣ ਜਾਵੇ ਬੰਦਾ ਬਾਹਰ, ਟਾਈਮ ਲੱਗ ਵੀ ਸਕਦਾ, ਨਹੀਂ ਵੀ ਲੱਗ ਸਕਦਾ। ਜੇ ਦਿਲ ਲੱਗ ਜਵੇ ਤੇ ਟਾਈਮ ਲੱਗ ਜਾਂਦਾ, ਨਾ ਦਿਲ ਲੱਗੇ ਤੇ ਟਾਈਮ ਨਹੀਂ ਲੱਗਦਾ। ਤਾਂ ਮੈਂ ਗੱਲ ਦੱਸਾਂ, ਹਾਂਜੀ ਵੀ ਜਿਹੜਾ ਇਹ ਕਹਿੰਦੇ ਆ ਨਾ ਕਿ 5 ਮਿੰਟ ਵਾਸਤੇ ਚੱਲੇ ਆ ਤੇ 5 ਘੰਟਿਆਂ ਬਾਅਦ ਆਉਂਦੇ, ਉਹਦਾ ਨਾਮ ਭਲਾ ਕੀ ਆ? ਮਰਦ। ਹਾਂਜੀ ਵਾਹ। ਤੇ ਜਿਹੜਾ ਮੈਂ ਇੱਕ ਗੱਲ ਦੱਸਾਂ, ਜਿਹੜਾ ਬੁੜੀਆਂ ਕਹਿੰਦੀਆਂ ਮੈਂ 2 ਮਿੰਟ ਮੈਂ ਰੈਡੀ ਹੋਈ ਹੈ, ਤੇ ਫਿਰ 3-4 ਘੰਟੇ ਰੈਡੀ ਹੁੰਦੀਆਂ ਨੇ, ਉਹਦਾ ਨਾਮ ਹੁੰਦਾ ਔਰਤ ਜ਼ਾਤ। ਉਹਦਾ ਨਾਮ ਵੀ ਔਰਤ ਹੈ। ਬਾਹਰ ਬੰਦੇ ਜਾਂਦੇ, ਮੈਂ ਚੱਲਿਆ ਵਾਂ ਮਲਿਆਂ ਵਾਲੇ, ਤੇ ਜੇ ਫੋਨ ਕਰੋ ਨਾ ਕਹਿੰਦਾ ਮੈਂ ਸਾਹੀਵਾਲ ਆ, ਜੇ ਕਹਿੰਦਾ ਮੈਂ ਸਾਹੀਵਾਲ ਚੱਲਿਆ ਤਾਂ ਫੋਨ ਕਰੋ ਕਹਿੰਦਾ ਮੈਂ ਲੋਰ ਆ। ਤੇ ਇੰਨਾ ਕੁ ਤਾਂ ਫਿਰ ਹੋ ਹੀ ਜਾਂਦਾ, ਇੰਨਾ ਕੁ ਤਾਂ ਚੱਲਦਾ ਹੀ ਹੈ ਨਾ। ਹੁਣ ਨਹੀਂ ਹੁਣ 5 ਮਿੰਟ ਦਾ ਕਹਿ ਕੇ ਹੁਣ ਬੰਦਾ ਕਵੇ ਕਿ ਜੀ ਮੈਂ ਘੰਟੇ ਵਾਸਤੇ ਬਾਹਰ ਚਲਾ, ਕਿਸੇ ਨੇ ਜਾ ਦੇਣਾ? ਨਹੀਂ ਜਾ ਦੇਣਾ। ਸਿੱਧਾ ਕਹੋ ਮੈਂ 5 ਮਿੰਟ ਵਾਸਤੇ ਚੱਲਿਆ, 5 ਮਿੰਟ ਵਾਸਤੇ ਜਾਓ ਤੇ ਉਹਦਾ ਕੰਮ ਕਰਕੇ ਜੋ ਵੀ ਹੈਗਾ, ਫਿਰ ਘੰਟਾ ਲੱਗੇ 2 ਘੰਟੇ ਲੱਗੇ, ਘੰਟਾ 2 ਘੰਟੇ ਤਾਂ ਲੱਗ ਹੀ ਜਾਂਦਾ। ਮਰਦ ਜ਼ਾਤ ਦੀ ਅਸਲੀਅਤ ਆ ਏ, ਘਰੋਂ ਕਹਿੰਦੇ ਮੈਂ ਚੱਲਿਆ ਹਾਂਡੀ ਦਾ ਸੌਦਾ ਲੈਣ, ਤੇ ਜੇ ਬਾਜ਼ਾਰੋਂ ਆਵੇ ਨਾ ਤੇ ਉਹ ਜੋ ਜਾਣਦੇ ਗੰਡੇ ਕੱਦੂ ਪਿੰਡੇ ਟਿੰਡੇ ਸਭ ਲੈ ਆ ਕੇ ਚੱਲ। ਚਲੋ ਜੀ ਨਿਕਲੀਏ ਹੁਣ ਟਾਈਮੀ ਮੇਰਾ ਨਾ ਇੱਕ ਆ ਬਾਣਾ ਪਾ ਲਿਆ, ਹੁਣ ਬਾਹਰ ਨਿਕਲੋ ਚੁਕਾਵੇਂ ਦਾ ਸੋਤੇ ਪਏ ਤੇ ਆਪੇ ਨੂੰ ਗਰਾਜ ਤਾਂ ਸਾਫ਼ ਕਰ, ਜਿਹੜਾ ਮਿੱਟੀ ਹੋਇਆ ਪਿਆ ਉਹ ਤਾਂ ਕੋਈ ਨਹੀਂ। ਗਰਾਜ ਮੈਂ ਕੀ ਸਾਫ਼ ਕਰਾਂ? ਇੰਨੀ ਮਿੱਟੀ ਨੇਰ ਆਇਆ ਪਿਆ ਤੇ ਹੁਣ ਤੇ ਹਨੇਰ ਆਇਆ ਪਿਆ ਤੇ ਉਹ ਕਿਹੜਾ ਅੰਦਰ ਆਉਣ ਡਈ ਆ? ਕੱਲ ਨੂੰ ਬਾਜੀ ਅੱਜ ਨਹੀਂ ਤੇ ਕੱਲ ਨੂੰ ਆ ਜਾਈ ਸਾਫ਼ ਕਰ ਦੇ। ਪੈਰਾਂ 'ਚ ਰਿੜਕਦੀ ਰਹੂਗੀ ਰੇਤ। ਤੇ ਯਾਰ ਹੁਣ ਇਹ ਕੰਮ ਤੇ ਤੁਸੀਂ ਕਰ ਹੀ ਸਕਦੇ ਨੇ ਬੇਬੇ, ਇੰਨਾ ਹੁਣ ਯਾਰ ਤੇਰੇ ਸਾਹਮਣੇ ਕੱਲ ਤਾਂ ਸਾਫ਼ ਕੀਤਾ ਸੀ, ਹੁਣ ਫਿਰ ਮੈਂ ਕਰਾਂ? ਆਪੇ ਕਰ, ਮੇਰੇ ਕੋਲ ਨਹੀਂ ਹੁੰਦਾ। ਤੇ ਮੇਰਾ ਵੀ ਜੀ ਕੋਈ ਨਹੀਂ ਕਰਦਾ ਪਿਆ ਰਹਿਣ ਦੋ, ਆਪਾਂ ਉੱਥੇ ਜਾ ਕੇ ਰੋਟੀ ਖਾਣੀ ਵਿਛਾ ਕੇ ਚਾਦਰਾਂ ਵੀ। ਚੱਲ ਫਿਰ ਪਈ ਰਹਿਣ ਦੇ, ਨਾ ਮੈਂ ਰੋਟੀ ਵੀ ਨਹੀਂ ਪਕਾਉਣੀ, ਨਾ ਮੈਂ ਕੁਛ ਨਹੀਂ ਕਰਨਾ, ਮੈਂ ਤਾਂ ਆ ਬੈਠੀ ਆ ਬਸ। ਇਹ ਕੀ ਗੱਲ ਹੋਈ ਵੀ ਮੈਂ ਆ ਬੈਠੀ ਆ, ਮੈਂ ਰੋਟੀ ਵੀ ਨਹੀਂ ਪਕਾਉਣੀ ਤੇ ਮੈਂ ਨਹੀਂ ਕਰਨਾ? ਦੂਜੀ ਗੱਲ ਇਹ ਆ ਕਿ ਤੂੰ ਏਦਾਂ ਕਰਦਾ ਨਾ ਤਾਂ ਮੈਂ ਸਵੇਰੇ ਆਦੇ ਸਹੁਰਿਆਂ ਨੂੰ ਚੱਲ ਜਾਣਾ, ਬੈਠਾ ਨਹੀਂ ਕਰਨਾ। ਖੈਰ ਸੁੱਖੀ ਜਾਓ, ਮੈਂ ਕਹਿੰਦਾ ਕੱਲ ਦਾ ਕੀ ਜਾਣਾ, ਹੁਣੇ ਨਿਕਲੋ। ਮੈਂ ਹੁਣ ਤਾਂ ਰਾਤ ਹੋ ਗਈ। ਨਹੀਂ ਰਾਤ ਨੂੰ ਇਹ ਬਾਹਰ ਦੇਣ ਪਿਆ, ਮੈਂ ਚੱਲਾਂ ਆ ਜਾਓ ਤੁਹਾਨੂੰ ਵਾਸਤੇ ਭਾਈ ਆਵਾਂ ਟਾਈਮ। ਚਲੋ ਇਸ ਸ਼ੁਕਰ ਇਸੇ ਬਹਾਨੇ, ਚਲੋ ਫਿਰ ਅਸੀਂ ਵੀ ਕੋਈ ਇੰਜੋਏ ਕਰ ਲਾਂ। ਮੈਂ ਫਿਰ ਬੇਲੀਆਂ ਨੂੰ ਕਿਦਨ ਕੱਲ ਜਾਣਾ, ਪਰਸੋਂ ਜਾਣਾ? ਬੇਲੀਆਂ ਨੂੰ ਜੰਦਰਾ ਲਾ ਕੇ ਜਾਊਂਗੀ। ਐਵੇਂ ਜੰਦਰਾ ਲਾ ਕੇ ਜਾਊਂਗੀ? ਲੈ ਅਸੀਂ ਕੋਈ ਆਦਾ ਪਾਰਟੀ ਪੁੱਟੀ ਦਾ ਇੰਤਜ਼ਾਮ ਲਾਇਆ ਸੀ, ਛੱਤ ਤੇ ਕੋਈ ਟਿੱਕਾ ਪਾਰਟੀ ਕਰਦੇ ਆ ਹੈ। ਲੈ ਇਹ ਤਾਂ ਕੋਈ ਗੱਲ ਨਹੀਂ, ਇੰਜ ਥੋੜੀ ਹੁੰਦਾ ਹੈ। ਹੁਣ ਮੈਂ ਚੱਲੀ ਆ ਤੇ ਮੈਂ ਤਾਲੇ ਮਾਰ ਦੇਣੇ ਨੇ, ਇੰਜ ਨਹੀਂ ਹੁੰਦਾ ਭਾਈ। ਬੇਲੀਆਂ ਕੋਲ ਜਾਈ 4 ਦਿਨ ਸਾਥ। ਬੇਲੀਆਂ ਕੋਲ ਜਾਈ ਮੈਂ ਨਹੀਂ ਜਾਣਾ, ਤੁਸੀਂ ਜਾਣਾ ਤੇ ਸੋਰੇ ਤੁਸੀਂ ਜਾਓ, ਠੀਕ ਹੈ। ਹੁਣ ਅਸੀਂ ਵੀ ਝੱਟ ਬੈ ਕੇ ਇੱਥੇ ਇੰਜੋਏ ਕਰੀਏ। ਮੇਰੇ ਨਾਲ ਚੱਲ। ਲੈ ਇਹ ਕਿਹੜੀ ਗੱਲ ਹੋਈ ਵੀ ਹੁਣ ਮੇਰੇ ਨਾਲ ਚੱਲ? ਵਾਹ ਇਹ ਕਿਹੜੀ ਗੱਲ? ਤੁਸੀਂ ਆਪੇ ਕਿਹਾ ਕਿ ਮੈਂ ਜਾਣਾ, ਤੁਸੀਂ ਕਿਹਾ ਮੈਂ ਜਾਣਾ। ਜਾ ਮੈਨੂੰ ਲੈ ਕੇ ਜਾ।
ਜਾਂ ਫਿਰ ਸਵੇਰ ਤੋਂ ਫਿਰ ਮੈਂ ਜਾਂ ਸਵੇਰੇ ਜਾਂ ਪਰਸੋਂ ਗਈ ਜਾਂ ਸਵੇਰੇ ਗਈ, ਪਰ ਸਵੇਰ ਦਾ ਇਰਾਦਾ ਤੇ ਗਈ ਸਵੇਰੇ, ਤੇ ਫਿਰ ਮੈਂ ਜੰਦਰੇ ਲਾ ਕੇ ਜਾਉਂ, ਤੂੰ ਬੇਲੀਆਂ ਕੋਲ ਜਾ। ਯਾਰ ਤੁਹਾਡੇ ਸਹੁਰਿਆਂ ਦਾ ਏਰੀਆ ਬੜਾ ਠੰਡਾ, ਮੈਨੂੰ ਤੁਹਾਨੂੰ ਪਤਾ ਠੰਡ ਬਰਦਾਸ਼ਤ ਨਹੀਂ ਹੁੰਦੀ ਮੇਰੇ ਕੋਲ। ਉਹ ਆਪਣੇ ਨਾਲੋਂ ਜ਼ਿਆਦਾ ਬਾਰਿਸ਼ ਪਈ। ਹਾਂ ਤੇ ਉਹ ਠੰਡਾ ਏਰੀਆ ਨਾ, ਉੱਥੇ ਮੇਰੇ ਕੋਲ ਠੰਡ ਬਰਦਾਸ਼ਤ ਨਹੀਂ ਹੁੰਦੀ, ਉੱਥੇ ਦੂਜੇ ਦਿਨ ਬਰਫ਼ ਪੈਣ ਲੱਗ ਪੈਂਦੀ ਹੈ। ਆਪਾਂ ਰਜ਼ਾਈ ਨਾਲ ਲਈ ਜਾਂਦੇ ਆ। ਹੁਣ ਰਜ਼ਾਈ ਦੇ ਵਿੱਚ ਬੰਦੇ ਨੇ ਬਾਹਰ ਵੀ ਨਿਕਲਣਾ, ਮੈਂ ਵਲੌਗ ਵੀ ਬਣਾਉਣਾ ਹੁੰਦਾ, ਤੁਹਾਨੂੰ ਪਤਾ ਰਜ਼ਾਈ ਦੇ ਵਿੱਚ ਲੰਮਾ ਪੈ ਕੇ ਵਲੌਗ ਨਹੀਂ ਬਣਾ ਸਕਦਾ। ਰਜ਼ਾਈ ਨੂੰ ਜੇਬ ਲਵਾ ਲੈਣੇ ਸੀ। ਮੈਂ ਕਿਤੇ ਠੰਡਾ ਤੱਤਾ ਹੋ ਗਿਆ ਤੇ ਮੈਂ ਕਿਤੇ ਠੰਡਾ ਤੱਤਾ ਹੋ ਗਿਆ ਤੇ ਬਾਹਰ ਫੇਰ ਉੱਥੇ ਤੇ ਠੰਡ ਹੀ ਬੜੀ ਪੈਂਦੀ ਭਾਈ, ਉੱਥੇ ਤੇ ਬਰਫ਼ ਪੈਂਦੀ ਰਹਿੰਦੀ, ਸਾਰਾ ਸਾਲ ਬਰਫ਼ ਹੀ ਪੈਂਦੀ ਉੱਥੇ, ਤੇ ਗਰਮੀ ਆਉਂਦੀ ਨਹੀਂਗੀ। ਉਹ ਤੇ ਵਿਚਾਰੇ ਗਰਮੀ ਡੀਕਦੇ ਰਹਿੰਦੇ ਕਿ ਕਿਦੋਂ ਗਰਮੀ ਆਏਗੀ ਪਰ ਅਸੀਂ ਇੰਜੋਏ ਕਰਾਂਗੇ। ਠੰਡ ਨਾਲ ਕਾਲੇ ਹੋਏ ਪਏ ਸਾਰੇ। ਇੰਨੀ ਕਿ ਠੰਡ ਪੈਂਦੀ ਨਾ ਉੱਥੇ, ਇੰਨੀ ਕਿ ਠੰਡ ਪੈਂਦੀ ਆ ਉੱਥੇ, ਅੰਗ ਅੰਗ ਠਹਿਰਿਆ ਜਾਂਦਾ ਉਹਨਾਂ ਦਾ। ਤਾਈਓ ਤਾਂ ਠੰਡ ਨਾਲ ਕਾਲੇ ਹੋਏ ਪਏ ਸਾਰੇ। ਮੈਂ ਚੱਲਾ ਜੀ, ਆਪਣੇ ਕੋ ਕੋਈ ਨਹੀਂ ਹੁੰਦਾ, ਠੀਕ ਹੈ ਨਾ, ਆਪਾਂ ਕਰਨਾ ਜੀ ਕਰਨਾ ਹੈ ਤੇ ਕਰ ਲਿਆ, ਨਹੀਂ ਤੇ ਬਾਜੂ ਨੇ ਇੱਕ ਵਾਰੀ ਫੋਨ ਕਰ ਲਓ, ਜਾਂ ਮੈਂ ਜਾਂਦਾ ਨਾ ਦਰਵਾਜ਼ਾ ਖੜਕਾਈ ਜਾਣਾ, ਤੇ ਜੇ ਉਹ ਬਾਜੀ ਘਰੇ ਹੋਈ ਤੇ ਮੈਨੂੰ ਭੁਲਾ ਦੇਣਾ, ਠੀਕ ਹੋ ਗਿਆ। ਚਲੋ ਆ ਇੰਨਾ ਕੁ ਯਾਰ ਗੰਦੇ, ਤੇ ਇੰਨਾ ਗੰਦੇ ਤੁਸੀਂ ਸਾਫ਼ ਕਰ ਹੀ ਸਕਦੇ ਜੀ। Later. चलो जी घर चलते हैं अभी। अस्सलाम वालेकुम। बाइक मैं अज लैके नहीं सी गया, बाइक गंदी बहुत सी, मैं दोस्त ਨੂੰ ਕੀਤੀ ਕਾਲ, ਮੈਂ ਕਿਹਾ ਯਾਰ ਮੈਂ ਲੈ ਕੇ ਜੀ। ਵਾਹ ਜੀ ਵਾਹ, ਕੀ ਬਾਤ। ਅੱਛਾ ਨਹੀਂ ਜੇ ਸਾਰੇ ਸਫਾਈਆਂ ਕਰ ਲਈਆਂ ਤੇ ਮੋਟਰਸਾਈਕਲ ਸਾਫ਼ ਕਰਨ ਲੱਗਾ ਕੀ ਹੁੰਦਾ ਸੀ? ਵਾਹ ਕੀ ਬਾਤ ਹੈ। ਨਹੀਂ ਵੇਖੋ ਆ ਮੇਰੀ ਵਾਰੀ ਅੱਗੇ ਮੈਨੂੰ ਕਹਿੰਦੇ ਸੀ ਸਾਰੀਆਂ ਸਫਾਈਆਂ ਕਰ, ਹੈ ਤੇ ਮੈਂ ਬਾਹਰ ਚਲਾ ਕੇ ਨਹੀਂ ਕੀਤਾ, ਤੇ ਮੇਰੀ ਮੋਟਰਸਾਈਕਲ ਹੀ ਇੱਕ ਸਾਫ਼ ਨਹੀਂ ਕੀਤੀ। ਕੀ ਬਾਤ। ਤੇਰੇ ਨੂੰ ਦੱਸੋਗੀ ਕਿ ਤੂੰ ਮੇਰੇ ਆਖੇ ਕਿਉਂ ਨਹੀਂ ਲੱਗਾ। ਮੈਂ ਤੁਹਾਡੇ ਆਖੇ ਲੱਗਿਆ ਤੇ ਐਸੀ ਕਿਹੜਾ ਮੈਂ ਆਖ ਨਹੀਂ ਲੱਗਿਆ। ਲੋ ਹੁਣ ਯਾਰ ਸਫਾਈਆਂ ਝਾੜੂ ਪੋਚਾ ਦਾ ਕੰਮ ਹੈ ਤੇ ਬੁੱਢੀਆਂ ਦਾ, ਇਹ ਹੁਣ ਬੰਦੇ ਕੰਮ ਕਰਦੇ ਚੰਗੇ ਥੋੜੀ ਲੱਗਦੇ ਨੇ। ਕਦੀ ਕਿਤੇ ਬੰਦੇ ਨੂੰ ਹੈਲਪ ਕਰ ਹੀ ਲੈਣੀ ਚਾਹੀਦੀ ਹੈ ਨਾ। ਹਾਂਜੀ ਤੇ ਮੇਰੀ ਮੋਟਰਸਾਈਕਲ ਪੂੰਝ ਦਿੰਦੇ, ਜੇ ਮਾੜਾ ਜਿਹਾ ਉਹਦੇ ਤੇ ਬਾਹਰ ਵੀ ਤੇ ਸਾਰੇ ਪਾਣੀ ਨਾਲ ਧੋਤਾ ਨਾ, ਤੇ ਜੇ ਮਾੜਾ ਜਿਹਾ ਮੋਟਰਸਾਈਕਲ ਮੇਰੀ ਧੋ ਦਿੰਦੇ ਤੇ ਕੀ ਚਲਾ ਜਾਣਾ ਸੀ। ਮੇਰੇ ਕੋਲ ਇੰਨਾ ਮੈਂ ਵਕਤ ਨਹੀਂ ਹੈਗਾ, ਪਾਣੀ ਪਾਵਾਂਗੇ ਫਿਰ ਪੂੰਝਾਂਗੇ ਦੁਬਾਰਾ। ਤੇ ਚਲੋ ਠੀਕ ਹੈ, ਜੇ ਤੁਹਾਡੇ ਕੋਲ ਵਕਤ ਨਹੀਂ ਨਾ ਹੈ ਤੇ ਹੁਣ ਮੈਨੂੰ ਕੁਛ ਨਾ ਕੁਛ ਕਹੋਗੇ ਨਾ ਬਾਹਰ ਜਾਣ ਲਈ, ਪੁੱਤਰ ਇਹ ਕਰ ਪੁੱਤਰ ਇਹ ਕਰ, ਤੇ ਮੋਟਰਸਾਈਕਲ ਗੰਦੀ ਹੋਈ ਆਪਾਂ ਵੀ ਸਿੱਧਾ ਕਹਾਂਗੇ ਸਾਫ਼ ਕਰੋਗੇ ਤੇ ਜਾਵਾਂਗੇ, ਨਹੀਂ ਤੇ ਨਾ। ਗੱਲਾਂ ਨਾ ਵੇਲਾ ਆਇਆ ਫੇਰ ਪਤਾ ਲੱਗੇਗਾ ਵੀ ਕਰੇ। ਵਾਹ ਵਾਹ ਵਾਹ। ਹੈ ਐਵੇਂ ਦਾ ਕਿੰਨਾ ਦੇ ਹੁੰਦਾ, ਮੈਨੂੰ ਤੇ ਸਮਝੋ ਬਾਹਰ ਆਇਆ ਪਿਆ। ਠੀਕ ਹੈ ਸਾਡੇ ਆਪਸ ਚ ਲੜਾਈ ਝਗੜੇ ਨਹੀਂ ਮੁੱਕਦੇ। ਮੈਂ ਤਾਂ ਲੜੀ ਕਦੇ ਨਹੀਂ। ਆ ਲੜਾਈ ਨਹੀਂ ਕੀ ਤੇ ਹੋਰ ਕੀ ਆ ਵੀ ਮੈਨੂੰ ਮੈਂ ਕੰਮ ਨਹੀਂ ਕੀਤਾ ਠੀਕ ਹੈ, ਤੇ ਤੂੰ ਬਾਹਰ ਕਹਿੰਦਾ ਮੇਰੀ ਮੋਟਰਸਾਈਕਲ ਸਾਫ਼ ਨਹੀਂ ਕਰਨੀ, ਹਜੇ ਇਹ ਲੜਾਈ ਨਹੀਂ ਹੈ। ਵਾਹ ਜੀ ਵਾਹ। ਇਹ ਲੜਾਈ ਹੈ ਤੇ ਪਿਆਰ ਮੁਹੱਬਤ ਹੁੰਦਾ ਵਾ। ਇਹ ਕਿਹੜਾ ਪਿਆਰ ਮੁਹੱਬਤ, ਇੰਨਾ ਪਿਆਰ ਮੁਹੱਬਤ ਨਹੀਂ ਚਾਹੀਦਾ ਕਿ ਮਾਂ-ਬਾਪ ਨੂੰ ਥੋੜਾ ਜਿਹਾ ਇੱਕ ਮੋਟਰਸਾਈਕਲ ਨੂੰ ਮਾੜਾ ਜਿਹਾ ਕੱਪੜਾ ਮਾਰਨ ਵਾਲੇ ਕਿ ਪਿਆਰ ਮੁਹੱਬਤ ਘੱਟ ਨਹੀਂ ਸੀ ਜਾਣਾ। ਔਲਾਦ ਨੂੰ ਦੱਸਣਾ ਚਾਹੀਦਾ ਵੀ ਆਹ ਕੰਮ ਜਿਹੜਾ ਇਹ ਤੇਰੇ ਜ਼ਿੰਮੇ ਹੈ, ਤੂੰ ਹੀ ਕਰਨਾ ਵਾ, ਤੇਰਾ ਹੀ ਕੰਮ। ਤੇ ਫਿਰ ਬੋਕਰਾ ਮਾਰਨਾ ਨਾ ਜਿਹੜਾ ਬੁੜੀਆਂ ਦੇ ਜ਼ਿੰਮੇ ਹੁੰਦਾ, ਇਹ ਬੁੜੀਆਂ ਦਾ ਕੰਮ ਹੁੰਦਾ ਤੇ ਬੁੜੀਆਂ ਨਹੀਂ ਕਰਨਾ ਹੁੰਦਾ। ਇਹ ਵੀ ਕੰਮ ਫਿਰ ਬੰਦੇ ਨੂੰ ਕਹਿਣਾ ਛੱਡ ਦਿਓ। ਨਹੀਂ ਉਹ ਕਦੀ ਕਿਤੇ ਹੈਲਪ ਕਰ ਲੈਣ ਚਾਹੀਦੀ। ਨਹੀਂ ਇੰਨੀ ਹੈਲਪ ਦੀ ਨਾ, ਇੰਨੀ ਹੈਲਪ ਵਾਲਾ ਮੇਰਾ ਐਡਾ ਵੱਡਾ ਦਿਲ ਨਹੀਂ ਹੈ ਕਿ ਮੈਂ ਇੰਨੀ ਨਿੱਕੀ ਹੈਲਪਾਂ ਕਰਦੇ ਰਹਾਂ। ਤੁਸੀਂ ਇਹ ਮੋਬਾਈਲ ਦੀ ਵੀ ਕਦੇ ਜਾਨ ਛੱਡ ਦਿਆ ਕਰੋ। ਹਰ ਵੇਲੇ ਜਦੋਂ ਕੋਈ ਬੰਦਾ ਗੱਲ ਕਰ ਰਿਹਾ ਉਹਨੂੰ ਮੌਜੂਦ ਆਦਮੀ ਘਰ ਦੇ ਵੱਡੇ ਬੰਦੇ ਗੱਲ ਕਰ ਰਹੇ ਨੇ ਤਾਂ ਮੋਬਾਈਲ ਦੇ ਵਿੱਚ ਨਹੀਂ ਵੜੀ ਦਿੰਦਾ। ਠੀਕ ਹੋ ਗਿਆ ਅੱਬਾ ਜੀ। ਹਾਂ ਜਦੋਂ ਘਰ ਦੇ ਵੱਡੇ ਗੱਲ ਕਰ ਰਹੇ ਨਾ ਤੇ ਆਦੋਂ ਜਦੋਂ ਫਿਰ ਬਾਲ ਮੋਬਾਈਲ ਫੜ ਕੇ ਬੰਨਾ ਤੇ ਵੱਡੇ ਨੂੰ ਕਚੀਚੀਆਂ ਚੜਦੀਆਂ ਜੀ, ਕਹਿੰਦਾ ਹੁੰਦਾ ਗੁੱਤ ਫੜ ਕੇ ਆਈਆਂ ਝੰਜੋੜ ਦੇ। ਮੈਂ ਪਤਾ ਕਿਉਂ ਫੜਿਆ ਸੀ ਮੋਬਾਈਲ, ਮੈਂ ਲੱਗੀ ਸੋਦਾ ਫੋਨ ਕਰਨ ਤੇ ਉਹਨਾਂ ਦਾ ਨੰਬਰ ਨਹੀਂ ਲੱਗਾ, ਆਨਲਾਈਨ ਹੀ ਕੋਈ ਨਹੀਂ ਸੀ, ਪਤਾ ਨਹੀਂ। ਚਲੋ ਚੰਗੀ ਗੱਲ ਹੈ, ਨੰਬਰ ਨਹੀਂ ਲੱਗਿਆ, ਇਹ ਵੀ ਭਲਾ ਹੋ ਗਿਆ। ਜੇ ਨੰਬਰ ਲੱਗ ਜਾਂਦਾ ਫਿਰ ਵੀ ਕੋਈ ਨਾ ਕੋਈ ਕੰਮ ਹੀ ਪੈਣਾ ਸੀ। ਹਾਂ ਇਹ ਮੈਂ ਨੋਟ ਕੀਤਾ ਹੈ ਕਿ ਉਹ ਸਿਆਣੇ ਆਂਦੇ ਨਾ ਜਿੱਥੇ ਕਦਰ ਨਾ ਹੋਵੇ ਤੇ ਸਮਝ ਆਵੇ ਬੰਦੇ ਨੂੰ ਕਿ ਇਹ ਬੰਦਾ ਮੇਰੀ ਕਦਰ ਨਹੀਂ ਕਰ ਰਿਹਾ, ਤੇ ਬੰਦੇ ਨੂੰ ਨਾ ਇਹ ਗੱਲ ਸੋਚ ਕੇ ਨਾਰਾਜ਼ ਨਹੀਂ ਹੋਣਾ ਚਾਹੀਦਾ, ਸਬਰ ਕਰ ਜਾਣਾ ਚਾਹੀਦਾ, ਸਬਰ ਕਰਕੇ ਅੱਗੇ ਲੰਘ ਜਾਓ। ਠੀਕ ਹੈ ਜੋ ਕੋਈ ਕਰ ਰਿਹਾ ਆਪਦੇ ਫਿਲਹਾਲ ਉਹਨਾਂ ਦਾ ਆਪਦਾ ਜੋ ਵੀ ਉਹਨਾਂ ਦਾ ਮਾਜ਼ੀ, ਜੋ ਵੀ ਉਹਨਾਂ ਦਾ ਹਾਲ, ਜੋ ਵੀ ਉਹਨਾਂ ਦੀਆਂ ਗੱਲਾਂ, ਜੋ ਵੀ ਦਿਲ ਜੋ ਨੀਅਤ, ਜੋ ਕੁਝ ਉਹਨਾਂ ਦੇ ਪੱਲੇ, ਲੇਕਿਨ ਆਪਣੇ ਆਪ ਨੂੰ ਉਹਨਾਂ ਦੀਆਂ ਗੱਲਾਂ ਸੋਚ ਕੇ ਦੁਖੀ ਨਾ ਕਰੋ, ਪਰੇਸ਼ਾਨ ਨਾ ਹੋਵੋ, ਤੇ ਨਾ ਹੀ ਦਿਲ ਤੇ ਲੈਣੀਆਂ ਚਾਹੀਦੀਆਂ ਨੇ। ਉਹਨਾਂ ਦਾ ਫੇਲ ਹੈ, ਉਹ ਜਾਣਨ, ਉਹਨਾਂ ਦਾ ਕੰਮ ਹੈ। ਆਪ ਵੇਖ ਕੇ ਇਸ ਚੀਜ਼ ਨੂੰ ਤੇ ਸਬਰ ਕਰੋ ਤੇ ਅੱਗੇ ਲੰਘ ਜਾਓ। ਲੈ ਵੀ ਤੂੰ ਮੌਜਾਂ ਮਾਰ ਤੇ ਮੇਰੀ ਖੈਰ ਹੈ, ਤੇ ਗਾਂ ਜ਼ਿੰਦਗੀ ਮੁੱਕ ਨਹੀਂ ਜਾਂਦੀ। ਇਨਸਾਨ ਨੂੰ ਆਪਣੇ ਆਪ ਨੂੰ ਖੁਸ਼ ਰੱਖਣਾ ਚਾਹੀਦਾ, ਆਪਣੇ ਆਪ ਨੂੰ ਵੇਖਣਾ, ਕਿਸੇ ਨੂੰ ਫਿਰ ਨਾ ਵੇਖੋ। ਜੇਕਰ ਵੇਖਣਾ ਹੈ ਉਸ ਬੰਦੇ ਨੂੰ ਵੇਖੋ ਤੇ ਜਿਹੜਾ ਆਪ ਰੰਗਾ ਹੈ, ਜਿਹਨੂੰ ਦੁੱਖ ਹੈ। ਜ਼ਿੰਦਗੀ ਦੁੱਖ ਬੜੇ ਨੇ, ਦੱਸ ਨਹੀਂ ਸਕਦੇ, ਪਰ ਕਿਉਂ ਨਹੀਂ ਦੱਸ ਸਕਦੇ? ਅਗਰ ਅਸੀਂ ਆਪ ਦੀ ਜ਼ਿੰਦਗੀ ਦੀ ਕਿਸੇ ਨੂੰ ਹਕੀਕਤ ਦੱਸਾਂਗੇ, ਅਗਲੇ ਨੇ ਮੂੰਹ ਤੇ ਕਰਕੇ ਸੁਣ ਲੈਣੀ ਹੈ। ਜਰਾ ਥੋੜਾ ਜਿਹਾ ਪਾਸੇ ਹੋਏ ਨਾ ਤੇ ਉਹਨੇ ਆਖਣਾ ਹਾਂ ਵਾਹ ਹੋਇਆ ਕੀ ਏ, ਹੋਇਆ ਕੀ ਏ ਸੋਹਣੀਏ, ਹੋਇਆ ਕੀ ਏ। ਹੋਣਾ ਕੀ, ਈਦ ਆਈ ਏ, ਈਦ ਆ ਗਈ, ਮੇਰਾ ਯਾਰ ਨਹੀਂ ਆਇਆ। ਈਦ ਆ ਕੇ ਗੁਜ਼ਰ ਗਈ ਹੈ, ਠੀਕ ਹੈ। ਇਸ ਈਦ ਨੇ ਦੁਬਾਰਾ ਨਹੀਂ ਆਉਣਾ। ਯੈਸ ਰਾਈਟ, ਆਉਣੀ ਹੈ ਤੇ ਨਵੀਂ ਆਉਣੀ ਹੈ ਈਦ, ਇਹ ਨਹੀਂ ਆਉਣੀ। ਯੈਸ ਆਲ ਰਾਈਟ। ਜਿਹੜੇ ਲੋਕ ਇਸ ਸਾਲ ਦੇ ਅੰਦਰ ਇਸ ਈਦ ਤੋਂ ਆਉਣ ਤੋਂ ਜਾਣ ਤੋਂ ਬਾਅਦ ਵਿੱਚ ਤੇ ਆਉਣ ਤੋਂ ਪਹਿਲੇ ਜਿਹੜੇ ਦੁਨੀਆ ਤੋਂ ਆਪਣੇ ਜਿਸ ਤਰ੍ਹਾਂ ਈਦ ਗੁਜ਼ਰੀ, ਇਸ ਤਰ੍ਹਾਂ ਜਿਹੜੇ ਬੰਦੇ ਗੁਜ਼ਰ ਜਾਣੇ, ਅਸੀਂ ਵੀ ਗੁਜ਼ਰ ਜਾਣਾ ਸ਼ਾਇਦ,
ਉਹਨੇ ਵੀ ਦੁਬਾਰਾ ਨਹੀਂ ਆਉਣਾ। ਤੇ ਇਸ ਨੂੰ ਬੰਦਾ ਵੇਖੇ ਨਾ ਕਿ ਜਿਹੜਾ ਚਲਾ ਗਿਆ ਉਹਨੇ ਤਾਂ ਨਹੀਂ ਆਉਣਾ, ਜਿਹੜਾ ਰੁੱਸ ਗਿਆ ਉਹਨੂੰ ਮਨਾ ਲਓ। ਜੇ ਉਹ ਰੁੱਸਿਆ ਨਹੀਂ ਮੰਨਦਾ, ਮਿੰਤਰਲਾ ਕੀਤਾ ਉਹ ਨਹੀਂ ਮੰਨਦਾ, ਤੇ ਬੜੇ ਭਾਂਡੇ 'ਚ ਬੜੇ ਖੂਹ 'ਚ, ਨਹੀਂ ਤੇ ਨਾ ਸਹੀ ਕਹਿਣਾ ਸੀ ਤੁਸੀਂ ਵੱਡੇ ਭੈਣ ਦੀ ਸੀਰੀ 'ਚ ਗਾਲ ਹੀ ਕੱਢਣ ਸੀ, ਪਰ ਮੈਂ ਗਾਲ ਨਹੀਂ ਕੱਢਦੀ। ਕੈਮਰਾ ਵੇਖ ਕੇ ਚੁੱਪ ਹੋ ਗਈ ਗਾਲ, ਨਹੀਂ ਤੇ ਗਾਲ ਨਿਕਲਣੀ ਸੀ ਏਡੀ ਵੱਡੇ ਭੈਣ ਦੀ ਸੀਰੀ 'ਚ। ਜਿੱਥੇ ਲੱਗਾ ਕੋਈ ਲੱਗਾ ਰਵੇ। ਅਸੀਂ ਕਿਉਂ ਕਿਸੇ ਨੂੰ ਐਵੇਂ ਤਰਲੇ ਲਵੋ, ਮਿੰਨਤਾਂ ਕਰੋ, ਮੇਰੇ ਆਓ ਮੇਰੇ ਆਓ ਮੇਰੇ ਆਓ, ਨਾ ਬਣੇ ਤਾਂ ਨਾ ਸਹੀ, ਆਪਣੇ ਆਪ ਨੂੰ ਕੱਲਾ ਜੀਣ ਦਾ ਵੱਲ ਸਿਖਾਓ। ਓਏ ਯਾਰ ਕੀ ਇਹ ਸੋਹਣੀਏ, ਮੈਨੂੰ ਲੱਗਦਾ ਕੋਈ ਡੂੰਘੇ ਫੋਨ ਵੱਜ ਗਏ ਨੇ। ਡੂੰਘੀ ਨਹੀਂ ਇਸ ਜ਼ਿੰਦਗੀ 'ਚ। ਵੇਖੋ ਨਾ, ਇੱਕ ਇਨਸਾਨ, ਮੈਂ ਛੋਟੀ ਜਿਹੀ ਗੱਲ ਕਰੂੰਗੀ ਕਿ ਇੱਕ ਬੰਦਾ ਹੈ, ਇਨਸਾਨ ਨੂੰ ਦਿਸ ਰਿਹਾ ਵਾ ਕਿ ਇਕੱਲਾ ਹੈ, ਠੀਕ ਹੈ, ਮੇਰਾ ਪੁੱਤਰ ਹੈ, ਮੇਰੇ ਕੋਲ ਹੈ, ਮੇਰਾ ਪੁੱਤਰ ਹੈ। ਇੱਕ ਔਰਤ ਹੈ, ਉਹਦੀ ਔਲਾਦ ਨਹੀਂ ਹੈ, ਠੀਕ ਹੈ, ਉਹਦਾ ਮੀਆਂ ਨਹੀਂ ਹੈ, ਉਹਦਾ ਮਾਂ-ਬਾਪ ਨਹੀਂ ਹੈ, ਤੇ ਫਿਰ ਜਿਹੜੇ ਦੂਜੇ ਰਿਸ਼ਤੇ ਉਹਨਾਂ ਨੂੰ ਚਾਹੀਦਾ ਹੈ ਨਾ, ਸੋਚਣਾ ਚਾਹੀਦਾ ਹੈ ਨਾ ਕਿ ਇਹ ਬੰਦੀ ਹੈ, ਇਹ ਮਸਕੀਨ ਕਿਸੇ ਨੂੰ ਕੁਝ ਕਹਿੰਦੀ ਨਹੀਂ, ਕਿ ਕਿਸੇ ਅੱਗੇ ਪਿੱਛੇ ਨਹੀਂ, ਕਿ ਵੇਲੇ ਕਵੇਲੇ ਦਿਨ ਦਿਹਾੜ ਤੇ ਦੁੱਖ ਸੁੱਖ ਦਾ ਸਾਥੀ ਇਨਸਾਨ ਦੇ ਨਾਲ ਨਹੀਂ, ਤੇ ਉਹਨਾਂ ਨੂੰ ਬਣਨਾ ਚਾਹੀਦਾ ਨਾ, ਉਹਨਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਬੀਬੀ ਮਾਈ ਭੈਣਾ ਜੀਣੀ ਹੈ ਜਾਂ ਮਰ ਗਈ ਹੈਗੀ ਹੈ ਜਾਂ ਨਹੀਂ ਹੈਗੀ। ਹੱਕ ਬਣਦਾ ਨਾ। ਇੰਨਾ ਕੁ ਮੈਸੇਜ ਕਰਨ ਲੱਗਿਆ ਕੋਈ ਹੱਥ ਨਹੀਂ ਦੁਖਦੇ, ਨਾ ਜ਼ੁਬਾਨ ਥੱਕਦੀ ਏ, ਤੇ ਨਾ ਹੀ ਉਸ ਸਮਾਂ ਇੰਨਾ ਟਾਈਮ ਲੱਗਦਾ ਬੰਦੇ ਨੂੰ ਕਿਸੇ ਨੂੰ ਮਸਕੀਨ ਨੂੰ ਗਰੀਬ ਨੂੰ ਯਾਦ ਕਰਨ ਦਾ। ਇਵੇਂ ਹੀ ਹੈ। ਜੇ ਅਗਰ ਮੇਰੀ ਗੱਲ ਗਲਤ ਹੈ ਤੇ ਮੈਂ ਦੇਣਦਾਰ ਹਾਂ, ਪੈਸੇ ਵਾਪਸ ਹੋਣਗੇ ਜੇ ਮੇਰੀ ਗੱਲ ਗਲਤ ਹੋਵੇਗੀ, ਜਿੰਨੇ ਵੀ ਲੱਗਣਗੇ। ਤੇ ਬਹਰਹਾਲ ਆਪਣੇ ਆਪ ਨੂੰ ਮਜ਼ਬੂਤ ਕਰੋ, ਜ਼ਿੰਦਾ ਰਹਿਣ ਦਾ ਵੱਲ ਸਿੱਖੋ। ਜਿੰਨਾ ਮਜ਼ਾ ਇਕੱਲੇ ਰਹਿਣ 'ਚ ਨਾ, ਉਹਨਾਂ ਕਿਸੇ ਚੀਜ਼ 'ਚ ਵੀ ਨਹੀਂ ਮਜ਼ਾ। ਭੈਣਾਂ ਭਰਾਵਾਂ ਨਾਲ, ਰਿਸ਼ਤੇਦਾਰਾਂ ਨਾਲ, ਸਭ ਦੁਨੀਆ ਫਾਨੀ, ਮਾਂ-ਬਾਪ ਤੋਂ ਇਲਾਵਾ। ਤੇ ਸਭ ਤੋਂ ਮਜ਼ਬੂਤ ਰਿਸ਼ਤਾ ਹੁੰਦਾ ਹੈ, ਪੱਕਾ ਰਿਸ਼ਤਾ ਹੁੰਦਾ ਜ਼ਿੰਦਗੀ ਦਾ ਸਾਥੀ। ਉਹ ਦੁਨੀਆ 'ਤੇ ਨਾ ਰਵੇ ਤੇ ਫਿਰ ਕੋਈ ਰਿਸ਼ਤਾ ਵੀ ਨਹੀਂ। ਤੇ ਔਲਾਦ ਹੈ, ਔਲਾਦ ਭਾਵੇਂ ਸਾਡੇ 10 ਬੱਚੇ ਨੇ ਨਾ, ਤੇ ਜਦੋਂ ਜਿਵੇਂ ਅਸੀਂ ਮਾਂ-ਬਾਪ ਦੇ ਔਲਾਦ ਸੀ, ਅਸੀਂ ਜ਼ਿੰਦਗੀ ਗੁਜ਼ਾਰੀ ਹੈ, ਆਪਣੇ ਘਰਾਂ ਵਾਲੇ ਹੋ ਗਿਆ, ਜਦੋਂ ਔਲਾਦ ਆਪਣੇ ਘਰਾਂ ਵਾਲੀ ਬਣੇਗੀ, ਆਪਣੇ ਘਰਾਂ ਵਾਲੀ ਹੋ ਜਾਂਦੀ ਹੈ, ਫਿਰ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਜੀਣ ਦਾ ਹੱਕ ਹੈ, ਉਹਨਾਂ ਨੂੰ ਵੀ ਜੀਣਾ ਚਾਹੀਦਾ। ਲੇਕਿਨ ਆਪਣੇ ਆਪ ਨੂੰ ਮਜ਼ਬੂਤ ਕਰੋ, ਖੁਦ ਜੀਣਾ ਸਿੱਖੋ, ਇਕੱਲੇ ਜੀਣਾ ਸਿੱਖੋ। ਜਿੰਨਾ ਸਵਾਦ ਇਕੱਲੇ ਜੀਣੇ 'ਚ, ਜਦੋਂ ਬੰਦਾ ਇਕੱਲਾ ਜੀਣਾ ਸਿੱਖਦਾ ਹੈ ਅੱਲਾ ਦੇ ਕਰੀਬ ਹੋ ਜਾਂਦਾ ਹੈ, ਬਹੁਤੇ ਹੀ ਕਰੀਬ ਹੋ ਜਾਂਦਾ ਹੈ। ਉਦੋਂ ਉਹਨੂੰ ਪਤਾ ਚੱਲਦਾ ਕਿ ਵਾਕਈ ਮੈਂ ਇਕੱਲਾ ਬਿਹਤਰ ਸੀ। ਮੇਰੀ ਗੱਲ ਅਗਰ ਅੱਛੀ ਨਾ ਲੱਗੀ ਹੋਵੇ ਤੇ ਮੈਨੂੰ ਕਮੈਂਟ 'ਚ ਦੱਸਿਆ ਜੇ, ਜੇ ਚੰਗੀ ਲੱਗੀ ਹੋਵੇ ਤਾਂ ਚੰਗੀ ਗੌਰ ਨਾਲ ਵੇਖਿਆ ਜੇ, ਗੌਰ ਕਰਿਆ ਜੇ ਇਸ ਗੱਲ 'ਤੇ। ਤੇ ਜਿਹੜੀਆਂ ਵੀ ਮੇਰੀਆਂ ਬੀਬੀਆਂ ਭੈਣਾਂ ਪਰੇਸ਼ਾਨ ਨੇ, ਦੁਖੀ ਨੇ ਇਹਨਾਂ ਰਿਸ਼ਤਿਆਂ ਤੋਂ, ਨਾਤਿਆਂ ਤੋਂ, ਜਾਂ ਜਿਨ੍ਹਾਂ ਦੇ ਹਸਬੈਂਡ ਨਹੀਂ ਹੈਗੇ, ਔਲਾਦ ਨਹੀਂ ਹੈਗੀ, ਦੁਖੀ ਨਹੀਂ ਹੋਣਾ, ਮਾਯੂਸ ਨਹੀਂ ਹੋਣਾ। ਅੱਲਾਹ ਤਾਲਾ ਕੋਲੋਂ ਮੰਗੋ, ਦਿਨ ਰਾਤ ਮੰਗੋ, ਉਹ ਬੇਸ਼ੱਕ ਬੇਨਿਆਜ਼ ਹੈ, ਉਹ ਦਿੰਦਾ ਹੈ। ਅਗਰ ਅਸੀਂ ਮੰਗਨੇ, ਅਸੀਂ ਕਹਿੰਦੇ ਜਲਦੀ ਹੋ ਜਾਏ, ਨਹੀਂ, ਦਿੰਦਾ ਹੈ ਪਰ ਦੇਰ ਨਾ ਦਿੰਦਾ ਹੈ, ਤੇ ਦੇਰ ਤੇ ਨੇਰ ਨਹੀਂ ਹੁੰਦਾ, ਖੈਰ ਹੁੰਦੀ ਹੈ। ਚਲੋ ਬਸ ਕਰੋ, ਕੀ ਹੋ ਗਿਆ, ਜ਼ਿਆਦਾ ਹੀ ਟੈਨਸ਼ਨ ਲਈ ਖਲੋਤੇ ਜੇ। ਕਹਿ ਰਹੇ ਪੁੱਤਰ, ਆਹ ਦੁਨੀਆ ਨੂੰ ਵੇਖ ਕੇ ਮੈਂ ਯਕੀਨ ਕਰਦਾ ਜ਼ਿੰਦਗੀ ਦੇ ਵਿੱਚ ਜਿੰਨੀ ਕੋਸ਼ਿਸ਼ ਕੀਤੀ ਹੈ ਨਾ, ਇਹ ਵੀ ਮੇਰਾ, ਇਹ ਵੀ ਮੇਰਾ, ਆਹ ਵੀ ਮੇਰਾ, ਪਿਆਰ ਵੰਡਣ ਦੀ ਕੋਸ਼ਿਸ਼ ਕੀਤੀ ਹੈ, ਆਪਣਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਕਿਨ ਇਹ ਰਿਸ਼ਤਿਆਂ ਨੂੰ ਆਪਣਾ ਬਣਾਉਂਦਿਆਂ ਮੇਰੀ ਉਮਰ ਗੁਜ਼ਰ ਗਈ। ਅੱਜ ਤੱਕ ਮੈਨੂੰ ਇਹ ਸਮਝ ਨਹੀਂ ਆਈ ਕਿ ਰਿਸ਼ਤੇ ਖੁਸ਼ ਕਿਵੇਂ ਹੋਣਗੇ। ਦੁਨੀਆ ਫਾਨੀ ਹੈ, ਮੈਂ ਜ਼ਿੰਦਗੀ 'ਚ ਕਦੀ ਕਿਸੇ ਨੂੰ ਦੁੱਖ ਨਹੀਂ ਦਿੱਤਾ, ਕਦੀ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ। ਹਰ ਵੇਲੇ ਅੱਲਾਹ ਤਾਲਾ ਡਰਨੀ ਆ ਕਿ ਇਹ ਅੱਲਾਹ ਤਾਲਾ ਕਿ ਮੇਰੇ ਕੋਲੋਂ ਕਿਸੇ ਦਾ ਦਿਲ ਨਾ ਦੁਖੇ, ਮੇਰੇ ਤੋਂ ਕੋਈ ਪਰੇਸ਼ਾਨ ਨਾ ਹੋ ਜਾਵੇ। ਤੇ ਲੇਕਿਨ ਨਹੀਂ, ਬੰਦਾ ਜੋ ਮਰਜ਼ੀ ਕਰ ਲਵੇ, ਜਿਸ ਤਰ੍ਹਾਂ ਮਰਜ਼ੀ ਕਰ, ਦੁਨੀਆ ਰਾਜ਼ੀ ਨਹੀਂ ਕਰ ਸਕਦਾ ਨਾ। ਦੁਨੀਆ ਰਾਜ਼ੀ ਹੁੰਦੀ ਹੈ ਤੇ ਇਹ ਦੁਨੀਆ ਨੂੰ ਪਾਓ ਖੂਹ 'ਚ, ਮਿੱਟੀ ਪਾਓ, ਮਿੱਟੀ ਪਾ ਦਈਏ। ਓਕੇ। ਬੇਬੇ ਕਿੱਧਰ ਗਈ ਹੈ? ਲਓ ਹੁਣ ਆ ਕੀ ਫਰੋਲੀਆਂ ਲਾਈਆਂ ਹੋਈਆਂ ਨੇ। ਅੱਗੇ ਉੱਥੇ ਬੈਠੇ ਦੁਖੀ ਗੱਲਾਂ ਸੁਣਾਉਣ ਡੇ ਸੀਗੇ ਹੈ, ਤੇ ਹੁਣ ਜੇ ਇਦਾਂ ਅੰਦਰ ਆਇਆ ਤਾਂ ਹੁਣ ਫਰੋਲੀਆਂ ਲਾਈ ਬੈਠੇ ਜੀ। ਮੈਂ ਆਪਦੀਆਂ ਯਾਦਾਂ ਤਾਜ਼ੀਆਂ ਕਰਨ ਲਈ ਹਾਂ। ਵਾਹ, ਅੱਜ ਖੈਰ ਹੈਗੀ ਹੈ। ਕੀ ਹੋਇਆ ਕੀ ਹੈ ਅੱਜ? ਹੁਣ ਯਾਦਾਂ ਤਾਜ਼ੀਆਂ, ਹੁਣ ਪੁਰਾਣੇ ਲੈਟਰ ਕੱਢੀ ਫਿਰਦੇ ਜੇ, ਕੀ ਦਾ ਕੀ ਬਣਾਇਆ? ਤੈਨੂੰ ਪਤਾ ਇਹ ਲੈਟਰ ਕਦੋਂ ਦੇ ਨੇ? ਮੈਨੂੰ ਵੀ ਪਤਾ ਹੁਣ ਕਦੋਂ ਦੇ ਨੇ। ਇਹ ਮੈਨੂੰ ਕੋਈ ਲੱਗਦਾ ਪਿਆ ਕੋਈ ਸਕੂਲ ਦੇ ਜ਼ਮਾਨੇ ਦੇ, ਤੁਹਾਡੇ ਇੰਡੀਆ ਦੇ ਦੌਰ ਦੇ ਨੇ। ਨਹੀਂ, ਉਮਰ ਤਾਂ ਕੱਲ ਇਹੀ ਕਹਿਣ ਡਿਆ ਕਿ ਇੰਡੀਆ ਦੇ ਦੌਰ ਇਹਨਾਂ ਦੇ। ਲੈਟਰਾਂ ਨੂੰ 25 ਸਾਲ ਹੋ ਗਏ ਨੇ। 25 ਨਹੀਂ, 27 ਸਾਲ। ਮੇਰੇ ਤੋਂ ਕੰਮ ਭਾਰਾ ਭਾਈ। 27 ਸਾਲ ਤੋਂ ਜਦੋਂ ਤੂੰ ਜੰਮਿਆ ਉਦੋਂ ਤੇ ਸੰਭਾਲ ਕੇ ਰੱਖੇ ਨੇ। ਅੱਛਾ, ਜਦੋਂ ਮੈਂ ਨਿੱਕਾ ਹੁੰਦਾ ਲੈਟਰ ਲਿਖਦਾ ਹੁੰਦਾ ਸੀ ਉਹੜੇ ਨੇ? ਹਾਂਜੀ, ਤੂੰ ਲਿਖਦਾ ਹੁੰਦਾ ਸੀ। ਇਹ ਉਹ ਲਿਖਦਾ ਹੁੰਦਾ ਸੀ ਕਿ ਜਿੰਦਾ ਜ਼ਿੰਦਗੀ 'ਚ ਮਕਾਨ ਬਹੁਤ ਵੱਡਾ ਸੀ, ਮੇਰੀ ਜ਼ਿੰਦਗੀ 'ਚ ਖਾਸ ਕਰ। ਤੇ ਉਦੋਂ ਇਹ ਚੀਜ਼ਾਂ ਯਾਦ ਹੁੰਦੀਆਂ ਨੇ ਜਦੋਂ ਇਨਸਾਨ ਥੋੜਾ ਪਰੇਸ਼ਾਨ ਹੋਵੇ, ਦੁਖੀ ਹੋਵੇ, ਜਦੋਂ ਇਨਸਾਨ ਜ਼ਿੰਦਗੀ 'ਚ ਨਾ ਹੋਵੇ।
ਤੇ ਉਦੋਂ ਫਿਰ ਬਹੁਤ ਯਾਦ ਹੁੰਦਾ। ਚਲੋ ਬਸ ਕਰੋ ਹੁਣ, ਹੌਸਲਾ ਰੱਖੋ, ਜਾਣਾ ਨੇ ਤੇ ਜਾਣਾ ਹੀ ਹੈ ਇੱਕ ਦਿਨ ਸਾਰਿਆਂ ਨੇ। ਇਹ ਵੇਖ ਤੂੰ ਕਿੱਡਾ, ਅਗਰ ਇਹ ਵੇਖ ਕੇ ਬੰਦੇ ਨੂੰ ਪਤਾ ਚੱਲਦਾ ਹੈ ਕਿ ਵਾਕਈ ਇਨਸਾਨ ਪਿਆਰ ਕਰਦਾ ਸੀ। ਬਹੁਤ ਸਾਰੇ ਲੋਕ ਕਹਿੰਦੇ ਮਰਦ ਪਿਆਰ ਨਹੀਂ ਕਰਦੇ ਔਰਤ ਨਾਲ, ਨਹੀਂ, ਮਰਦ ਔਰਤ ਨਾਲ ਬਹੁਤ ਪਿਆਰ ਕਰਦੇ ਨੇ। ਅਗਰ ਮਰਦ ਕਿਸੇ ਮਰਦ ਦਾ ਬੱਚਾ ਹੋਵੇ, ਅੱਛੀ ਮਾਂ ਦਾ ਬੱਚਾ ਹੋਵੇ, ਤੇ ਉਹ ਆਪਣੀ ਬੀਵੀ ਨਾਲ ਬਹੁਤ ਪਿਆਰ ਕਰਦਾ, ਹਰ ਰਿਸ਼ਤੇ ਨੂੰ ਵੇਖਦਾ ਹੈ ਕਿ ਇਹ ਰਿਸ਼ਤਾ ਮੇਰਾ ਕਿਵੇਂ ਦਾ ਹੈ, ਕੀ ਹੈ। ਪਰ ਜਿਨ੍ਹਾਂ ਦੀ ਲੋੜ ਦੁਨੀਆ 'ਚ ਹੁੰਦੀ ਹੈ ਨਾ, ਉਹਨਾਂ ਦੀ ਲੋੜ ਰੱਬ ਨੂੰ ਵੀ ਹੁੰਦੀ ਹੈ। ਤੇ ਜਿਹੜੇ ਅੱਛੇ ਰਿਸ਼ਤੇ, ਪਿਆਰੇ ਰਿਸ਼ਤੇ, ਉਹ ਦੁਨੀਆ ਤੇ ਘੱਟ ਹੀ ਦਿੰਦੇ ਨੇ। ਹੁਣ ਇੱਕ ਦਿਨ ਜਾਣਾ ਤੇ ਹੈ ਸਭ ਨੇ, ਤੇ ਹੁਣ ਬੰਦਾ ਅਗਲੇ ਜਿਹੜਾ ਚਲਾ ਗਿਆ ਉਹਦੇ ਵਾਸਤੇ ਦੁਆ ਕਰਨੀ ਚਾਹੀਦੀ ਹੈ, ਐਵੇਂ ਰੋਣਾ ਨਹੀਂ ਚਾਹੀਦਾ। ਚਲੋ ਇਹਨਾਂ ਨੂੰ ਬੰਦ ਕਰੋ ਹੁਣ, ਤੁਸੀਂ ਪੜ੍ਹ ਕੇ ਤੁਸੀਂ ਬਹੁਤਾ ਦੁਖੀ ਹੋਣਾ ਹੁਣ। ਕਹਿੰਦੇ ਆ ਨਾ ਕਿ ਬੰਦਾ ਜਿਹੜਾ, ਇੱਕ ਲੋਕ ਕਹਿੰਦੇ ਨੇ ਕਿ ਇੱਕ ਬੰਦਾ ਮਰ ਗਿਆ ਕਿਹੜਾ ਦੁਨੀਆ ਮੁੱਕ ਗਈ ਹੈ। ਉਹਨਾਂ ਨੂੰ ਇਹ ਵੇਖਣਾ ਚਾਹੀਦਾ ਹੈ ਕਿ ਸਾਰੀ ਦੁਨੀਆ ਇਕੱਠੀ ਹੋ ਕੇ ਉਸ ਇੱਕ ਬੰਦੇ ਦੀ ਕਮੀ ਪੂਰੀ ਕਰ ਸਕਦੀ? ਕਦੇ ਵੀ ਨਹੀਂ। ਉਹ ਕਮੀ ਕਦੇ ਪੂਰੀ ਨਹੀਂ ਹੁੰਦੀ। ਉਹ ਹੀ ਪੂਰੀ ਕਰ ਸਕਦਾ ਜਿਹੜਾ ਦੁਨੀਆ ਤੋਂ ਚਲਾ ਗਿਆ। ਅੱਲਾ ਉਹਨਾਂ ਨੂੰ ਜੰਨਤ ਦੇਵੇ, ਅੱਲਾ ਉਹਨਾਂ ਦੀ ਕਬਰ ਰੋਸ਼ਨ ਕਰੇ, ਤੇ ਅਸੀਂ ਵੀ ਉੱਥੇ ਜਾਣਾ। ਤੇ ਲੇਕਿਨ ਇਹ ਰਿਸ਼ਤੇ ਉਦੋਂ ਯਾਦ ਆਉਂਦੇ ਨੇ ਕਿ ਜਦੋਂ ਇਨਸਾਨ ਖੁਦ ਨੂੰ ਇਕੱਲਾ ਫੀਲ ਕਰਦਾ ਹੋਵੇ। ਅੱਛਾ ਚਲੋ ਬਸ ਕਰੋ ਹੁਣ ਬਸ ਕਰੋ ਹੁਣ, ਐਵੇਂ ਰੋ ਕੇ ਤੁਹਾਡਾ ਅੱਗੇ ਬਲੱਡ ਪ੍ਰੈਸ਼ਰ ਬਹੁਤ ਆਈ, ਕੱਲ੍ਹ ਦੀ ਤਬੀਅਤ ਖਰਾਬ ਹੈ, ਤੇ ਹੁਣ ਕਿਤੇ ਹੋਰ ਬਹੁਤੀ ਨਾ ਕਰ ਲੈਣਾ। ਲੋ ਜੀ ਮਾਂ ਜੀ ਜਿਹੜਾ ਨਾ ਹੁਣ ਇਮੋਸ਼ਨਲ ਹੋ ਗਿਆ। 6 hours later. ਚਲੋ ਜੀ अस्सलाम वालेकुम। लो जी तेरी के एक कौन फिरदा है गंजा कोना ਗੰਜਾ ਕੋਨਲ ਹੈ ਸ਼ਹਿਜ਼ਾਦਾ, ਤੁਸੀਂ ਵੇਖਿਆ ਨੇ ਅਸਲੀ ਰੂਪ ਚ ਵਾਪਸ ਆ ਗਏ ਅਸੀਂ, ਹੁਣ ਤੁਸੀਂ ਗੰਜੇ ਕੋਨੇ ਬਣਾਉਣ ਲੱਗ ਗਏ ਜੀ। ਇਹ ਆ ਗਈ ਤੁਹਾਡੀ ਦਵਾਈ, ਠੀਕ ਹੈ। ਮੈਂ ਕਿਹਾ ਤੂੰ ਤਾਂ ਕਹਿੰਦਾ ਸਵੇਰੇ ਜਾਣਾ ਵਾ ਦਵਾਈ, ਦੂਸਰੀ ਦਵਾਈ ਵੀ, ਤੇ ਇਹ ਤੁਹਾਡੀ ਕੁਲਫੇ ਵਾਲੀ ਦਵਾਈ ਵੀ, ਸਾਰੀਆਂ ਦਵਾਈਆਂ ਤੁਹਾਡੀਆਂ ਆ ਗਈਆਂ ਨੇ, ਤੇ ਹੁਣ ਖਾ ਵੀ ਲਵੋ। ਹੁਣ ਪਰਚੀ ਰੱਖ ਦਿਓ, ਗੋਲੀਆਂ ਆ ਗਈਆਂ ਨੇ। ਇਹ ਫਿਰ ਕੇ ਪੂਰਾ ਸ਼ਹਿਰ ਗਾ ਕੇ ਗੋਲੀਆਂ ਲੱਗੀਆਂ ਤੁਹਾਡੀਆਂ। ਨਹੀਂ ਲੱਭਣ ਨਹੀਂ। ਇਹ ਗੋਲੀਆਂ ਨਹੀਂ ਲੱਭਣੀਆਂ, ਆਪੋਜ਼ਿਟ ਕਹੀ ਜਾਂਦੇ ਸੀ। ਮੈਂ ਕਿਹਾ ਆਪੋਜ਼ਿਟ ਨਹੀਂ ਲੈਣੀਆਂ, ਉਹੀ ਲੈਣੀਆਂ ਨੇ, ਤੇ ਬੜੀਆਂ ਔਖੀਆਂ ਲੱਭ ਕੇ ਕੋਲੋਂ ਨਹੀਂ ਸੀ ਲੱਭੀਆਂ ਉਹ ਜਿਹੜੇ। ਨਹੀਂ ਆਪੋਜ਼ਿਟ ਫਾਰਮੂਲਾ ਜਿੰਦੇ ਕੋ ਜਾਓਗਾ ਨਾ ਆਪੋਜ਼ਿਟ ਫਾਰਮੂਲਾ। ਤੇ ਲਓ ਜੀ ਇਹ ਤੁਹਾਡਾ ਭਰਾ ਫਿਰ ਅਸਲੀ ਰੂਪ ਚ ਵਾਪਸ ਆ ਗਿਆ। ਆਏ ਥੱਲੇ ਆ ਜਾਓ ਇੱਥੇ। ਤੇ ਤੁਹਾਨੂੰ ਤਾਂ ਕੁਛ ਸਵਾਲ ਨਹੀਂ ਲਵਾਏ। ਧੋਣ ਤੋਂ ਲਵਾਏ ਤੇ ਆ ਕੀ ਆ ਉਹ ਤੇ ਹੁਣ ਸ਼ਰਟ ਠਾਂ ਗਈ ਹੁਣ ਦੇਖੋ। ਇਹ ਜਿਹੜਾ ਆਪਣਾ ਅਸਲੀ ਰੂਪ ਚ ਵਾਪਸ ਆ ਗਿਆ। ਲੋ ਜੀ ਠੀਕ ਹੈ, ਇੱਥੇ ਆਪਾਂ ਕਰਦੇ ਅੱਜ ਦਾ ਵਲੌਗ ਐਂਡ। ਉਮੀਦ ਹੈ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ, ਚੈਨਲ ਕਰੋ ਸਬਸਕ੍ਰਾਈਬ, ਬੈਲ ਆਈਕਨ ਪ੍ਰੈਸ ਕਰਨਾ ਨਹੀਂ ਭੁੱਲਣਾ। ਇਨਸ਼ਾਅੱਲਾ ਮਿਲਦੇ ਹਾਂ ਸੁਬਹ ਇੱਕ ਨਵੇਂ ਵਲੌਗ ਦੇ ਵਿੱਚ। ਅੱਲਾ ਹਾਫਿਜ਼, ਬਾਏ ਬਾਏ।